ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕਉ, ਤੂੰ ਠਾਕੁਰ ਊਚ ਭਗਵਾਨਾ। ਜਿਉਂ ਬੁਲਾਵਹਿ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀਓ ਕਬਿਤ, ਪੂਰਨ ਪਰਮ ਜੋਤ ਸਤਿਗੁਰ ਸਤਿਰੂਪ। ਪੂਰਨ ਗਿਆਨ ਸਤਿਗੁਰ ਸਤਿਨਾਮ ਹੈ, ਪੂਰਨ ਜੁਗਤ ਸਤ ਸਤਿਗੁਰ ਸਤਿ ਹਿਰਦੈ। ਪੂਰਨ ਸੋ ਸੇਵ ਸਾਧ ਸੰਗਤ ਬਿਸਰਾਮ ਹੈ, ਪੂਰਨ ਪੂਜਾ ਪਦਾਰ ਬਿੰਦ ਮਦ ਕਰ ਮਨ। ਪ੍ਰੇਮ ਰਸ ਪੂਰਨ ਹੋਇ ਕਾਮ ਨਿਹ ਕਾਮ ਹੈ, ਪੂਰਨ ਬ੍ਰਹਮ ਗੁਰ ਪੂਰਨ ਪਰਮ ਨਿਦ। ਪੂਰਨ ਪ੍ਰਗਾਸ ਬਿਸਮ ਸਥਲ ਧਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਪ੍ਰੇਮ ਭਾਵਨਾ ਦੇ ਸਹਿਤ ਸਭੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਜੁੜ ਮਿਲ ਬੈਠ ਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾਰ ਪ੍ਰਭੂ ਜੀ, ਤਿੰਨਾਂ ਦੀ ਗੋਦ ਦਾ ਆਨੰਦ ਮਾਣਦੇ ਹੋਏ ਆਤਮਿਕ ਸਕੂਨ ਹਾਸਲ ਕਰ ਰਹੇ ਹਾਂ। ਮਹਾਰਾਜ ਪ੍ਰਭੂ ਜੀ ਨੇ ਜੋ ਸਾਨੂੰ ਜੀਵਾਂ ਨੂੰ ਆਤਮਿਕ ਸਕੂਨ, ਆਤਮਿਕ ਹਲਾਰਾ, ਆਤਮਿਕ ਗਿਆਨ ਹਿਰਦੇ ਦੇ ਅੰਦਰ ਜੁੜ ਜਾਵੇ ਸਾਡਾ ਧਿਆਨ, ਉਸ ਬ੍ਰਹਮ ਦੀ ਲੀਨਤਾ ਦੇ ਸਾਨੂੰ ਗੁਣ ਦੱਸੇ ਨੇ, ਔਰ ਨਾਲ ਦੂਰੀ ਬਣ ਜਾਂਦੀ ਜਿਨ੍ਹਾਂ ਕਾਰਨਾਂ ਕਰਕੇ ਉਹ ਅਵਗੁਣ ਵੀ ਸਾਨੂੰ ਦੱਸੇ ਨੇ ਵੀ ਇਹਨਾਂ ਤੋਂ ਦੂਰ ਰਹਿਣਾ ਹੈ, ਬਚਣਾ ਹੈ। ਮਹਾਰਾਜ ਸੱਚੀ ਸਰਕਾਰ ਨੇ ਜੋ ਉਪਦੇਸ਼ ਸੰਸਾਰ ਨੂੰ ਸੰਦੇਸ਼ ਬਖਸ਼ਿਸ਼ ਕੀਤਾ ਹੈ, ਉਹ ਸਮਕਾਲੀ ਗੁਰੂ ਕੇ ਸਿੱਖਾਂ ਨੇ ਸਰਵਣ ਕੀਤਾ ਹੈ, ਕਮਾਇਆ ਹੈ।
ਤੇ ਗੁਰੂ ਕੀ ਸੰਗਤ ਨੂੰ ਅੱਗੇ ਉਪਦੇਸ਼ ਸੁਣਾਇਆ ਹੈ ਤੇ ਪਰਉਪਕਾਰੀ ਬਿਰਤੀ ਖਿਆਲਾਤ ਲੈ ਕੇ ਆਉਣ ਵਾਲੀਆਂ ਸੰਗਤਾਂ ਲਈ, ਗੁਰਸਿੱਖਾਂ ਲਈ ਉਹਨਾਂ ਨੂੰ ਕਲਮ ਬੰਦ ਕਰ ਦਿੱਤਾ। ਉਹਨਾਂ ਵਿੱਚੋਂ ਭਾਈ ਗੁਰਦਾਸ ਸਾਹਿਬ ਜੀ ਨੇ, ਜੋ ਗੁਰਮਤਿ ਦੇ ਗਿਆਨ ਦੇ ਪ੍ਰਭੂ ਮਿਲਾਪ ਦੇ ਬਚਨ ਨੇ, ਉਹਨਾਂ ਨੂੰ ਆਪਣੀ ਰਚਨਾਵਲੀ ਦੇ ਅੰਦਰ ਗੁੰਥੜ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਲੀ ਦੀ ਚੱਲ ਰਹੀ ਲੜੀਵਾਰ ਵਿਚਾਰ ਕਵਿਤ ਸਵਾਈਆਂ ਦੀ ਸਾਹਿਬ ਦੀ ਕਿਰਪਾ ਨਾਲ ਅਸੀਂ ਪੜ੍ਹਦੇ ਸੁਣਦੇ ਆ ਰਹੇ ਹਾਂ। ਭਾਈ ਸਾਹਿਬ ਉਸ ਗੁਰਮਤਿ ਨੂੰ, ਗਿਆਨ ਨੂੰ, ਗੁਰੂ ਦੇ ਮਿਲਾਪ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਸਾਨੂੰ ਦਰਸਾਉਂਦੇ ਆ ਰਹੇ ਨੇ। ਭਾਈ ਸਾਹਿਬ ਕਹਿੰਦੇ, ਪੂਰਨ ਪਰਮ ਜੋਤ ਸਤਿਗੁਰ ਸਤ ਰੂਪ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਹੜਾ ਸਾਰੀਆਂ ਜਗ੍ਹਾ ਤੇ ਪੂਰਨ ਨੇ, ਜਲ ਥਲ ਮਹਿਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਜਲ ਦੇ ਅੰਦਰ ਵੀ ਹੈ, ਥਲ ਦੇ ਖੁਸ਼ਕ ਜਗਾਵਾਂ ਤੇ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਦੇ ਅੰਦਰ ਵੀ ਉਹ ਪੂਰਨ ਹੈ। ਅਧੂਰਾ ਨਹੀਂ, ਉਹ ਪੂਰਾ ਹੈ, ਪਰਿਪੂਰਨ ਹੈ, ਪਰਮ ਜੋਤ। ਉਹ ਜਿਹੜਾ ਜੋਤੀ ਸਰੂਪ ਪਰਮਾਤਮਾ ਹੈ, ਪਰਮ ਸਭ ਤੋਂ ਵੱਡਾ ਹੈ। ਉਹਦੇ ਤੁੱਲ, ਉਹਦੀ ਬਰਾਬਰ ਕੁਝ ਨਹੀਂ। ਸਭ ਕੁਝ ਪਰਮਾਤਮਾ ਨੇ ਪ੍ਰਕਿਰਤੀ ਦੇ ਅੰਦਰ ਬਣਾਇਆ ਹੈ। ਪ੍ਰਕਿਰਤੀ ਉਸੇ ਦੀ ਬਣੀ ਹੈ, ਕੁੱਲ ਕਾਇਨਾਤ ਉਸੇ ਦੀ ਬਣਾਈ ਹੈ। ਮਹਾਰਾਜ ਗੁਰਬਾਣੀ ਅੰਦਰ ਬਚਨ ਕਰਦੇ, ਵਾਹਿਗੁਰੂ ਤੂੰ ਸਭ ਕੁਝ ਬਣਾ ਦਿੱਤਾ ਹੈ। ਸਭ ਕੁਝ, ਕੁਝ ਚੱਲਣ ਫਿਰਨ ਵਾਲਾ, ਕੁਝ ਨਾ ਚੱਲਣ ਵਾਲਾ, ਕੁਝ ਚਾਰ ਆਚਰ, ਔਰ ਸਾਰੇ ਬਣਾਏ। ਧਰਤੀ ਤੇ ਪਹਾੜ ਵੀ ਬਣਾਏ ਤੇ ਸਮੁੰਦਰ ਵੀ ਬਣਾਏ। ਮਹਾਰਾਜ ਕੋਈ ਐਸੀ ਵਸਤੂ ਸੰਸਾਰ ਦੇ ਜੀਵਾਂ ਦੇ ਪਕੜ ਵਿੱਚ ਨਹੀਂ ਆਈ ਜਿਹੜੀ ਤੂੰ ਨਾ ਬਣਾਈ ਹੋਵੇ। ਹਰ ਇੱਕ ਚੀਜ਼ ਬਣਾਈ। ਇਹ ਵੱਖਰੀ ਗੱਲ ਹੈ, ਸਾਡੀ ਸੂਝ ਬੂਝ ਵਿੱਚ ਉਹ ਨਾ ਹੋਵੇ। ਪਰ ਗੁਰਬਾਣੀ ਅੰਦਰ ਗੁਰਦੇਵ ਕਹਿੰਦੇ ਨੇ, ਗੁਰੂਦੇਵ ਕਹਿੰਦੇ, ਮਹਾਰਾਜ ਤੂੰ ਇੱਕ ਚੀਜ਼ ਨਹੀਂ ਬਣਾਈ। ਪ੍ਰਕਿਰਤੀ ਵਿੱਚ, ਸੰਸਾਰ ਵਿੱਚ ਇੱਕ ਚੀਜ਼ ਤੂੰ ਨਹੀਂ ਬਣਾਈ। ਸਭ ਕੁਝ ਬਣਾਇਆ ਤੇ ਇੱਕ ਚੀਜ਼ ਨਹੀਂ ਬਣਾਈ। ਉਹ ਕਿਹੜੀ ਆ? ਮਹਾਰਾਜ ਕਹਿੰਦੇ ਆ, ਗੁਣ ਇਹੋ ਖੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮਹਾਰਾਜ ਤੇਰੀ ਖੂਬੀ ਇਹ ਆ, ਤੇਰਾ ਗੁਣ ਇਹ ਆ ਕਿ ਇਸ ਪ੍ਰਕਿਰਤੀ ਦੇ ਵਿੱਚ ਪਹਿਲਾਂ ਤੇਰੇ ਵਰਗਾ ਕੋਈ ਹੋਇਆ ਨਹੀਂ। ਜੇ ਵਰਗਾ ਹੁੰਦਾ ਨਾ ਤੇ ਫਿਰ ਇਹਦਾ ਮਤਲਬ ਵੀ ਇੱਕ ਪਰਮਾਤਮਾ ਪਹਿਲਾਂ ਹੋ ਗਿਆ। ਭਈ ਪਹਿਲਾਂ ਇਹਦਾ ਬਾਪ ਹੋ ਗਿਆ ਤੇ ਉਹਦਾ ਪੁੱਤਰ ਆ ਗਿਆ, ਫਿਰ ਕਹਿਣਾ ਪੈਂਦਾ। ਪਰ ਮਹਾਰਾਜ, ਔਰ ਤੇਰਾ ਕੋਈ ਬਾਪ ਨਹੀਂ, ਕੋਈ ਮਾਂ ਨਹੀਂ, ਨਾ ਤਾਤੇ ਨਾ ਮਾਤੇ, ਨਾ ਜਾਤੇ ਨਾ ਪਾਤੇ, ਕੁਝ ਨਹੀਂ। ਨਾ ਜਾਤ ਨਾ ਕੋਈ ਪਾਂਤੇ, ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ। ਤੂੰ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਪਹਿਲਾਂ ਕੋਈ ਨਹੀਂ ਤੇਰੇ ਵਰਗਾ ਹੋਇਆ। ਮਹਾਰਾਜ ਵਰਤਮਾਨ ਵਿੱਚ ਤੇਰੇ ਵਰਗਾ ਕੋਈ ਹੈ ਹੀ ਨਹੀਂ। ਤੇ ਮਹਾਰਾਜ ਭਵਿੱਖਤ ਵਿੱਚ ਨਾ ਕੋ ਹੋਏ, ਤੇਰੇ ਵਰਗਾ ਕੋਈ ਨਹੀਂ ਹੋਣਾ, ਕਿਉਂਕਿ ਤੂੰ ਕਦੇ ਜਾਣਾ ਨਹੀਂ। ਤੂੰ ਸੀ, ਤੂੰ ਹੈ, ਤੂੰ ਰਹੇਗਾ, ਤੂੰ ਰਹੇਗਾ। ਤੇਰੇ ਵਰਗਾ ਦੂਜਾ ਕੋਈ ਨਹੀਂ। ਤੇ ਜਦੋਂ ਤੇਰੇ ਵਰਗਾ ਦੂਜਾ ਕੋਈ ਨਹੀਂ, ਫਿਰ ਅਸੀਂ ਦੂਜੇ ਨੂੰ ਕਿਉਂ ਜਪੀਏ, ਕਿਉਂ ਦੂਸਰੇ ਨੂੰ ਔਰ ਆਰਾਧੀਏ। ਔਰ ਜੇ ਕਿਤੇ ਪਰਮਾਤਮਾ ਤੋਂ ਅਸੀਂ ਸੁੱਖ ਮੰਨ ਲਈਏ ਤੇ ਦੁੱਖ ਕਿਸੇ ਹੋਰ ਤੋਂ ਮੰਨੀਏ, ਫਿਰ ਬਰਾਬਰ ਦੀ ਧਿਰ ਮੰਨਣੀ ਪਵੇਗੀ। ਉਹਦੀ ਮਨੌਤ ਕਰਨੀ ਪਏਗੀ ਵੀ ਦੁੱਖ ਦਾਤਾ ਵੀ ਕੋਈ ਹੈ। ਜੇ ਸੁੱਖ ਦਾਤਾ ਹੈ ਨਾ, ਫਿਰ ਦੁੱਖ ਦਾਤਾ ਵੀ ਹੈ। ਨਹੀਂ,
ਦੁੱਖ ਨਹੀਂ ਦੇਣ ਵਾਲਾ। ਸਲਾਮੀਅਤ ਸ਼ਰਾ ਦੇ ਅੰਦਰ ਜਿੱਥੇ ਹੱਜ ਕਰਦੇ ਨੇ ਉੱਥੇ ਸ਼ੈਤਾਨ ਦੀ ਮੂਰਤ ਦੇ ਵੱਟੇ ਮਾਰ ਕੇ ਆਉਂਦੇ ਨੇ, ਬਈ ਸ਼ੈਤਾਨ ਤੂੰ ਬੁਰਾਈਆਂ ਸੰਸਾਰ ਵਿੱਚ ਭੇਜਦਾ ਹੈ, ਬੁਰੇ ਕਰਮ ਤੇਰੇ ਤੋਂ ਆ ਰਹੇ। ਇਹਦਾ ਮਤਲਬ ਦੂਜੀ ਧਿਰ ਹੈ ਨਹੀਂ, ਇਹ ਭਰਮ ਪੈ ਗਿਆ। ਦੁੱਖ ਤੇ ਸੁੱਖ ਦੋਨੇ ਹੀ ਪ੍ਰਮਾਤਮਾ ਤੋਂ ਆ ਰਹੇ ਨੇ। ਫਿਰ ਅਸੀਂ ਕਹਾਂਗੇ ਰਾਤ ਜਿਹੜੀ ਹੈ ਉਹ ਸ਼ੈਤਾਨ ਨੇ ਬਣਾਈ ਹੈ, ਅਗਿਆਨ ਜਿਹੜਾ ਸ਼ੈਤਾਨ ਨੇ ਬਣਾਇਆ ਹੈ, ਤੇ ਭਗਵਾਨ ਕੋਲ ਪ੍ਰਕਾਸ਼ ਹੈ, ਫਿਰ ਉਹ ਟਕਰਾਓ ਆ, ਫਿਰ ਟਕਰਾਓ ਦੋਨਾਂ ਦਾ, ਦੋ ਤਰਫਾ ਹੈ। ਨਹੀਂ, ਸਭ ਕੁਝ ਪ੍ਰਮਾਤਮਾ ਨੇ ਬਣਾਇਆ ਹੈ। ਮਹਾਰਾਜ ਨੇ ਦੁੱਖ ਵੀ ਬਣਾਇਆ ਹੈ ਤੇ ਸੁੱਖ ਵੀ ਬਣਾਇਆ ਹੈ। ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕਪੜੇ, ਪਹਿਰੇ ਜਾਏ ਮਨੁੱਖ। ਦੁੱਖ ਤੇ ਸੁੱਖ ਰੂਪ ਦੋ ਵਸਤਰ ਬਣਾਏ ਨੇ। ਫਿਰ ਜੇ ਖੁਸ਼ੀ ਪਰਮਾਤਮਾ ਤੋਂ ਮੰਨਾਂਗੇ ਤੇ ਜਿਹੜੀ ਗਮੀ ਹੈ ਉਹ ਸ਼ੈਤਾਨ ਤੋਂ ਮੰਨਾਂਗੇ। ਇਹਦਾ ਮਤਲਬ ਕਿ ਖੁਸ਼ੀ ਕੋਈ ਹੋਰ ਦੇ ਰਿਹਾ ਹੈ। ਜਨਮ ਕੋਈ ਜਨਮ ਇੱਕ ਖੁਸ਼ੀ ਹੈ ਨਾ, ਮਨਾਉਣੇ ਬੱਚੇ ਦੇ ਆਉਣ ਤੇ ਮੌਤ ਵੇਲੇ ਜੇ ਕੋਈ ਮੌਤ ਕਰਨ ਵਾਲਾ ਮਿਲ ਜੇ ਤੇ ਉਹ ਪਰਿਵਾਰ ਉਹਨੂੰ ਜਿੰਦਾ ਨਾ ਛੱਡੇ। ਫਿਰ ਕੀ ਅਸੀਂ ਮੌਤ ਕਿਸੇ ਹੋਰ ਤੋਂ ਮੰਨੀਏ? ਇੱਕ ਪਾਸੇ ਕਹਿੰਦੇ ਮ੍ਰਿਤੂ ਦਾਤਾ ਪਰਮਾਤਮਾ ਹੈ, ਸਭ ਕੁਝ ਉਸ ਤੋਂ ਆ। ਇਹ ਪਰਮਾਤਮਾ ਤੋਂ ਇਹ ਸਾਨੂੰ ਭਰਮ ਪੈ ਗਿਆ, ਇਸੇ ਨੂੰ ਅਗਿਆਨ ਕਹਿੰਦੇ ਨੇ, ਹੋਰ ਕੁਝ ਨਹੀਂ। ਪਰਿਪੂਰਨ ਪਰਮਾਤਮਾ ਤੋਂ ਦੋਨੇ ਚੀਜ਼ਾਂ ਹੋ ਰਹੀਆਂ ਨੇ, ਦਿਨ ਵੀ ਉਸ ਤੋਂ ਆ, ਰਾਤ ਵੀ ਉਸ ਤੋਂ ਆ, ਖੁਸ਼ੀ ਵੀ ਉਸ ਤੋਂ ਆ, ਗਮੀ ਵੀ ਉਸ ਤੋਂ ਆ। ਮਹਾਰਾਜ ਮਿਹਰ ਕਰਦੇ ਨੇ, ਉਹਦੇ ਵਰਗਾ ਕੋਈ ਨਹੀਂ। ਤੇ ਜਦੋਂ ਉਹਦੇ ਵਰਗਾ ਨਹੀਂ ਤੇ ਫਿਰ ਉਹਦੀ ਬਰਾਬਰ ਰੱਖ ਕੇ ਕਿਸੇ ਹੋਰ ਦਾ ਪੂਜਨ ਕਿਉਂ? ਮਹਾਰਾਜ ਮਿਹਰ ਕਰਦੇ ਨੇ, ਵੈਗੁਰੂ ਤੇਰੇ ਵਰਗਾ ਤੂੰ ਹੈ, ਕੋਈ ਦੂਜਾ ਨਹੀਂ। ਤੇ ਜੇ ਨਹੀਂ ਹੈ ਤੇ ਫਿਰ ਦੂਜਾ ਕਾਹੇ ਸਿਮਰਿਐ। ਜੋ ਜੰਮੈ ਤੈ ਮਰ ਜਾਏ, ਏਕੋ ਸਿਮਰਹੁ ਨਾਨਕਾ। ਜੋ ਜਲ ਥਲ ਰਹਾ ਸਮਾਏ, ਉਸ ਨੂੰ ਸਿਮਰ। ਮਹਾਰਾਜ ਕਹਿੰਦੇ ਤੁਧ ਬਿਨਾ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮਹਾਰਾਜ ਇਹ ਵੀ ਕਹਿੰਦੇ ਏਕ ਸਿਮਰ ਹਰ ਏਕ ਸਿਮਰ ਪਿਆਰੇ, ਨਹੀਂ ਤੇ ਦੂਜੇ ਦੀ ਗੱਲ ਵੀ ਹੁੰਦੀ, ਦੂਜਾ ਕੋਈ ਨਹੀਂ। ਮਹਾਰਾਜ ਕਹਿੰਦੇ ਪਰਮ ਸਭ ਤੋਂ ਵੱਡਾ, ਸਾਰਿਆਂ ਨੂੰ ਉੱਚਾ, ਜੋਤੀ ਸਰੂਪ, ਜਿਹਦੇ ਤੋਂ ਸਾਰੀਆਂ ਸੰਸਾਰ ਦੀਆਂ ਜੋਤੀਆਂ ਕੰਮ ਕਰਦੀਆਂ ਨੇ ਔਰ ਆਪਣੀ ਨਜ਼ਰ ਵੀ ਉਸੇ ਤੋਂ ਕੰਮ ਕਰਦੀ ਹੈ। ਉਸੇ ਦੀ ਸਤਾ ਹੈ, ਉਹਦੀ ਸਤਾ ਦੇ ਨਾਲ ਸਾਰਿਆਂ ਅੰਦਰੋਂ ਜੋਤ ਜਗਮਗਾਉਂਦੀ, ਜਿਹੜੀ ਸਭ ਮੈਂ ਜੋਤ, ਜੋਤ ਹੈ ਸੋਏ, ਤੇ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਸਤਾ ਪ੍ਰਭੂ ਦੀ ਸਾਰਿਆਂ ਵਿੱਚ ਕੰਮ ਕਰਦੀ, ਇੱਕ ਪਰਮਾਤਮਾ ਦੀ। ਜਿੰਨੇ ਹੁਣ ਘਰਾਂ 'ਚ ਬਲਬ ਜਗਦੇ ਨੇ, ਜਿੰਨੇ ਅੱਗੇ ਟਰਾਂਸਫਾਰਮ ਲੱਗੇ ਨੇ, ਕੀ ਕਹਿ ਦਈਏ ਬੱਤੀ ਵੱਖ ਵੱਖ ਹੈ, ਇਹ ਚਾਨਣਾ ਵੱਖ ਵੱਖ ਹੈ, ਪਿੱਛੋਂ ਇੱਕੇ ਜਗ੍ਹਾ ਤੋਂ ਹੀ ਲਾਈਟ ਆ ਰਹੀ ਹੈ। ਅੱਗੇ ਹੀ ਵੱਖ ਵੱਖ ਉਹਦੇ ਸਾਧਨ ਬਣਾਏ ਹੋਏ ਨੇ, ਕਿਸੇ ਦੇ ਘਰੇ ਵੱਡਾ ਬਲਬ ਹੈ, ਕਿਸੇ ਦੇ ਬਹੁਤੇ ਆ, ਕਿਸੇ ਦੇ ਥੋੜ੍ਹੇ ਆ, ਕਿਸੇ ਮੇਰੇ ਵਰਗੇ ਦੇ ਘਰੇ ਤਾਰਾਂ ਹੀ ਨਹੀਂ ਲੱਗੀਆਂ ਤੇ ਕਿਸੇ ਨੇ ਲੱਗੀਆਂ ਲਗਾਈਆਂ ਪੱਟ ਸੱਟੀਆਂ, ਔਰ ਕਿਸੇ ਦੇ ਕਨੈਕਸ਼ਨ ਹੀ ਹੈ ਨਹੀਂ, ਉਹ ਅੰਧੇਰੇ ਵਿੱਚ ਬੈਠਾ। ਇਹੀ ਉਹ ਸੰਸਾਰ ਹੈ। ਇੱਕੋ ਨਿਰੰਕਾਰ ਤੋਂ ਇਹ ਸਤਾ ਸੁਫੁਰਤੀ ਆ ਰਹੀ ਹੈ, ਪਰ ਅਸੀਂ ਆਪਣਾ ਕਨੈਕਸ਼ਨ ਪਰਮਾਤਮਾ ਨਾਲੋਂ ਕੱਟ ਸਕਦੇ ਹੈ। ਅਸੀਂ ਨਹੀਂ ਜਪ, ਨਹੀਂ ਤਪ, ਨਹੀਂ ਪੂਜਾ, ਨਹੀਂ ਪੁੰਨ, ਨਹੀਂ ਪਾਠ, ਨਹੀਂ ਅਰਦਾਸ, ਨਹੀਂ ਸੇਵਾ, ਨਹੀਂ ਸਿਮਰਨ, ਇਹ ਤਾਰਾਂ ਅਸੀਂ ਕੱਟੀਆਂ ਹੋਈਆਂ ਨੇ। ਪ੍ਰਕਾਸ਼ ਦੀ ਆਸ ਕਿੱਥੇ ਕਰਦੇ ਹਾਂ? ਕੁਝ ਨਾ ਕੁਝ ਕਰੀਏ। ਜਿਹੜਾ ਕਨੈਕਸ਼ਨ ਟੁੱਟ ਚੁੱਕਾ ਹੈ, ਜਿਹੜੀ ਲਿਵ ਟੁੱਟ ਚੁੱਕੀ ਆ, ਉਹ ਸਤਾ ਨਾਲ ਜੋੜਨ ਦਾ ਯਤਨ ਕਰੀਏ। ਉਹ ਅੰਦਰ ਤਾਂ ਸਾਰਿਆਂ ਦੇ ਹੈ, ਉਹ ਮਹਾ ਸਾਗਰ ਦੇ ਨਾਲ ਜੁੜੇਗੀ ਪਰਮਾਤਮਾ ਨਾਲ। ਜਿਹਦਾ ਕਨੈਕਸ਼ਨ ਜੁੜਿਆ, ਇੱਕ ਦਿਨ ਆਸੇ ਲਾਈਟ ਆਵੇਗੀ।
ਜਿਹੜਾ ਤਨ ਕਰਕੇ ਗੁਰੂ ਵੱਲ ਨੂੰ ਤੁਰਿਆ ਹੈ, ਇੱਕ ਦਿਨ ਆਸ ਮੰਜ਼ਲ ਤੇ ਪਹੁੰਚਾਂਗੇ। ਅਗਰ ਜਿਹੜਾ ਤੁਰਿਆ ਹੀ ਨਹੀਂ, ਉਹ ਮਨ ਦੀ ਆਸ ਕੀ ਕਰ ਸਕਦਾ, ਜਿਹੜਾ ਜੇ ਤਨ ਕਰਕੇ ਹੀ ਤੁਰਿਆ ਨਹੀਂ ਇਸ ਪਾਸੇ ਨੂੰ। ਮਹਾਰਾਜ ਕਹਿੰਦੇ ਪਰਮ ਜੋਤ ਉਹ ਸਾਰਿਆਂ ਤੋਂ ਵੱਡੀ ਸਤਾ ਹੈ, ਪਰਮਾਤਮਾ ਜਿਹਦੇ ਵਰਗਾ ਕੋਈ ਨਹੀਂ, ਜਿਸ ਦੇ ਬਰਾਬਰ ਕੋਈ ਨਹੀਂ। ਸੰਸਾਰ ਦੀਆਂ ਸਾਰੀਆਂ ਜੋਤੀਆਂ ਪ੍ਰਕਾਸ਼ ਸਤਾ ਇੱਕ ਜਗ੍ਹਾ ਕਰ ਦਈਏ, ਫਿਰ ਵੀ ਉਹ ਪਰਮ ਜੋਤ ਸਾਰਿਆਂ ਤੋਂ ਵੱਡੀ ਜੋਤ ਹੈ। ਕਿਉਂਕਿ ਜਿਹੜੀ ਸਭ में ਆ ਨਾ, ਉਹਨੂੰ ਉਹ ਜਗਾਉਣ ਵਾਲੀ ਅਗਰ ਉਹ ਨਾ ਹੋਵੇ ਤੇ ਆਪਣੇ ਅੰਦਰ ਦੀ ਜੋਤ ਕਦੇ ਜਗਮਗਾ ਨਹੀਂ ਸਕਦੀ। ਇਹ ਉਸੇ ਤੋਂ ਚਾਨਣਾ ਲੈ ਕੇ, ਉਸੇ ਤੋਂ ਚਿੜੰਗ ਲੈ ਕੇ ਪ੍ਰਕਾਸ਼ ਵਾਲੀ ਹੁੰਦੀ ਹੈ, ਉਸੇ ਤੋਂ ਦਾਤ ਲੈ ਕੇ, ਉਸੇ ਤੋਂ ਬਖਸ਼ਿਸ਼ ਲੈ ਕੇ ਤਾਂ ਹੀ ਕੋਈ ਮਹਾਤਮਾ ਬਣਦਾ ਹੈ, ਰਿਸ਼ੀ ਬਣਦਾ ਹੈ, ਸੰਤ ਬਣਦਾ ਹੈ, ਭਗਤ ਬਣਦਾ ਹੈ, ਗੁਰਸਿੱਖ ਬਣਦਾ ਹੈ। ਉਹ ਦਾਤ ਚਿੜੰਗ ਪਰਮਾਤਮਾ ਤੋਂ ਮਿਲਦੀ ਹੈ, ਉਹ ਬਖਸ਼ਿਸ਼ ਪਰਮਾਤਮਾ ਤੋਂ ਮਿਲਦੀ ਹੈ। ਅਗਰ ਉਹੀ ਨਹੀਂ ਤੇ ਦੂਜਾ ਕਿੱਥੇ ਹੋ ਜਾਵੇਗਾ। ਪਰਮ ਜੋਤ ਉਹਦੇ ਬਰਾਬਰ ਨਹੀਂ, ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਉਹਦੇ ਵਿੱਚ ਸਮਾਉਣ ਲਈ ਪੰਧ ਕਰਦੇ ਨੇ, ਚੱਲਦੇ ਨੇ, ਉਹਦੇ ਬਰਾਬਰ ਕੋਈ ਨਹੀਂ। ਕਹਿੰਦੇ ਸਤਿਗੁਰ ਸਤ ਰੂਪ, ਆਰਾਧਨਾ ਕਰਨ ਵਾਲਾ, ਸਤਾ ਨੂੰ ਮੰਨਣ ਵਾਲਾ, ਉਹ ਜਿਹੜਾ ਸੱਚ ਸਰੂਪ ਗੁਰੂ ਚੇਤਨ ਸਰੂਪ ਹੈ ਨਾ, ਅੰਧਕਾਰ ਨੂੰ ਕੱਟਣ ਹਾਰਾ, ਹਿਰਦਿਆਂ 'ਚ ਸਤਾ ਸੁਫੁਰਤੀ ਦੇ ਕੇ ਪ੍ਰਕਾਸ਼ ਕਰਨ ਹਾਰਾ, ਉਹਦਾ ਸਤ ਰੂਪ ਉਹ ਸੱਚ ਸਰੂਪ ਹੋ ਜਾਂਦਾ। ਉਸ ਦੇ ਨਾਲ ਮਿਲ ਕੇ ਗੁਰਸਿੱਖ ਪਿਆਰਾ ਆਰਾਧਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹੀ ਰੂਪ ਹੋ ਜਾਂਦਾ ਹੈ। ਔਰ ਫਰਕ ਕੋਈ ਨਹੀਂ ਰਹਿੰਦਾ। ਪੂਰਨ ਗਿਆਨ, ਫਿਰ ਪਰਿਪੂਰਨ ਪਰਮਾਤਮਾ ਦਾ ਗਿਆਨ ਉਹਨੂੰ ਪ੍ਰਾਪਤ ਹੁੰਦਾ ਹੈ ਕਿ ਪਰਿਪੂਰਨ ਪਰਮਾਤਮਾ ਕੈਸਾ ਹੈ, ਉਹਦਾ ਗਿਆਨ ਕਦ, ਕਿਸ ਤਰ੍ਹਾਂ, ਕਦੋਂ ਪ੍ਰਾਪਤ ਹੁੰਦਾ ਹੈ। ਸਤਿਗੁਰ ਸਤਨਾਮ ਹੈ, ਉਹਦੀ ਪ੍ਰਾਪਤੀ ਲਈ, ਪਰਮਾਤਮਾ ਦੀ ਪ੍ਰਾਪਤੀ ਲਈ, ਸਤਿਗੁਰੂ ਦੀ ਪ੍ਰਾਪਤੀ ਲਈ ਉਹਦਾ ਸੱਚਾ ਨਾਮ ਜਿਹੜਾ ਹੈ ਨਾ, ਉਹਦਾ ਆਰਾਧਨ ਕਰਨਾ, ਉਹਦਾ ਜਪਨ ਜਾਪ ਕਰਨਾ, ਉਹਨੂੰ ਹਿਰਦੇ ਅੰਦਰ ਵਸਾਉਣਾ ਤੇ ਹਰ ਵਕਤ ਲਈ ਚੱਲਦਾ ਕਰਨਾ, ਚਲਾਉਣਾ। ਜਿਹੜੇ ਬਾਹਰੋਂ ਭਾਵੇਂ ਚੌਂਕੜਾ ਲਾ ਕੇ ਬੈਠੇ, ਅੰਦਰੋਂ ਨਾਮ ਚੱਲਦਾ ਹੈ ਨਾ, ਉਹ ਚੱਲ ਰਹੇ ਨੇ, ਉਹ ਸਫ਼ਰ ਵਿੱਚ ਨੇ, ਉਹ ਤੁਰੇ ਜਾ ਰਹੇ ਸਫ਼ਰ, ਔਰ ਦੂਰ ਕਰ ਰਹੇ ਨੇ, ਦੂਰੀ ਨੂੰ ਮਿਟਾ ਰਹੇ ਨੇ, ਨਜ਼ਦੀਕੀ ਪਰਮਾਤਮਾ ਵੱਲ ਨੂੰ ਵਧਾ ਰਹੇ ਨੇ। ਭਾਈ ਸਾਹਿਬ ਕਹਿੰਦੇ ਪੂਰਨ ਜੁਗਤ ਸਤ ਸਤਿਗੁਰ ਸਤ ਹਿਰਦੈ, ਪਰਿਪੂਰਨ ਪਰਮਾਤਮਾ ਜਿਹੜਾ ਹੈ ਉਸ ਦੀ ਜੁਗਤ ਢੰਗ ਤਰੀਕਾ ਮਿਲਣ ਦਾ, ਉਹਦੇ ਨਾਲ ਜੁਗਤ ਜੁੜਿਆ ਕਿਵੇਂ ਜਾਣਾ ਹੈ ਤੇ ਆਪਣੀ ਗਤ, ਉਹਦੇ ਆਪਣੇ ਹਾਲਾਤਾਂ ਨੂੰ, ਅੰਦਰ ਦਿਆਂ ਨੂੰ, ਬਾਹਰ ਦਿਆਂ ਨੂੰ ਕਿਵੇਂ ਸੁਧਾਰਨਾ ਹੈ। ਜੋ ਜਿਹੜਾ ਇਹ ਕਰਮ ਕਰਦਾ ਹੈ, ਸਤਿਗੁਰ ਸਤ ਹਿਰਦੈ, ਸਤ ਗੁਰੂ ਅੰਧਕਾਰ ਨੂੰ ਕੱਟਣ ਵਾਲਾ, ਸੱਚ ਸਰੂਪ ਪਰਿਪੂਰਨ ਪਰਮਾਤਮਾ, ਹਿਰਦੇ ਦੀ ਜੋਤ ਜਗਾਉਣ ਵਾਲਾ, ਉਸ ਜੀਵ ਦੇ ਹਿਰਦੇ ਅੰਦਰ ਸਤ ਹਿਰਦੈ, ਉਹਦੇ ਹਿਰਦੇ ਦੇ ਅੰਦਰ ਸੱਚ ਸਰੂਪ ਪ੍ਰਗਟ ਹੋ ਜਾਂਦਾ ਹੈ, ਪ੍ਰਕਾਸ਼ਿਤ ਹੋ ਜਾਂਦਾ ਹੈ, ਪ੍ਰਕਾਸ਼ ਵਾਲਾ ਹੋ ਜਾਂਦਾ ਹੈ। ਉਹਦੇ ਹਿਰਦੇ ਅੰਦਰ ਪੂਰਨ ਸੋ ਸੇਵ ਸਾਧ ਸੰਗਤ ਵਿਸਰਾਮ ਹੈ। ਉਹ ਪਰਿਪੂਰਨ ਪਰਮਾਤਮਾ ਨੂੰ ਪਾਉਣਾ ਹੈ। ਤੇ ਭਾਈ ਸਾਹਿਬ ਕਹਿੰਦੇ ਆ ਉਹਦੀ ਸੇਵ, ਔਰ ਉਹਦੀ ਸੇਵਾ ਸਤਿਗੁਰੂ ਦੀ ਕਿਹੜੀ ਏ, ਸਾਧ ਸੰਗਤ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ ਦੇ ਵਿੱਚ ਆ, ਸਿਮਰਨ ਕਰ, ਸੇਵਾ ਕਰ, ਤੇ ਕਦੇ ਮਨ ਅੰਦਰ ਇਹ ਨਾ ਲਿਆਈ ਫਲਾਨਾ ਸਿਉਂ ਬੈਠਾ, ਫਲਾਨੇ ਦਾ ਬਰਤਨ, ਫਲਾਨੇ ਦਾ ਭਾਂਡਾ ਮੈਂ ਕਿਉਂ ਧੋਵਾਂ, ਕਿਉਂ ਮਾਂਜਾਂ, ਕਿਉਂ ਜੋੜਾ ਝਾੜਾਂ, ਕਿਉਂ ਇਹਦੀ ਸੇਵਾ ਕਰਾਂ। ਕਹਿੰਦੇ ਨਹੀਂ ਸੱਜਣਾ, ਜੇ ਤੇਰੀ ਨਜ਼ਰ ਵਿੱਚ ਰੱਬ ਨਹੀਂ ਆਇਆ। ਜਿਹੜਾ ਸੇਵਾ ਕਰਦਾ ਹੋਵੇ ਉਹ ਸੰਗਤ ਰੂਪ ਹੈ, ਤੇ ਜਿੱਥੇ ਸੰਗਤ ਰੂਪ ਹੋਵੇ ਉੱਥੇ ਸਤਿਗੁਰੂ ਹੈ।
ਉਸ ਦੀ ਕੀਤੀ ਸੇਵਾ ਸਤਿਗੁਰੂ ਦੀ ਸੇਵਾ ਹੋਵੇਗੀ। ਔਰ ਸੱਚੀ ਸਰਕਾਰ ਕਹਿੰਦੇ ਨੇ, ਔਰ ਸਜਣਾ ਫਿਰ ਵਿਸਰਾਮ ਹੈ, ਟਿਕਾਓ ਹੈ। ਬਾਹਰੀ ਤੌਰ ਤੇ ਵੀ, ਖਿੰਡੀਆਂ ਹੋਈਆਂ ਬਿਰਤੀਆਂ ਦਾ ਵੀ, ਅੰਦਰ ਜਿਹੜਾ ਮਨ ਕਬਹੁ ਜੀਆੜਾ ਉਬ ਚੜਤ ਹੈ, ਕਬਹੁ ਜਾਏ ਪਿਆਲੇ ਲੋਭੀ ਜੀਆੜਾ ਠੇਰ ਨਾ ਰਹਿਤ ਚਾਰੇ ਕੁੰਡਾਂ ਭਾਲੇ। ਉਹ ਮਨ ਜਿਹੜਾ ਵਿਸਰਾਮ ਟਿਕ ਜਾਂਦਾ, ਟਿਕਾਓ ਵਾਲਾ ਹੋ ਜਾਂਦਾ। ਜਿਹੜਾ ਇਹ ਜੀਵ ਆਤਮਾ ਬਾਰ-ਬਾਰ ਜੂਨੀਆਂ ਦੇ ਵਿੱਚ ਭ੍ਰਮਣ ਕਰਦਾ ਹੈ, ਕਦੇ ਕਿਸੇ ਜੂਨੀ ਵਿੱਚ, ਕਦੇ ਕਿਸੇ ਜੂਨੀ ਵਿੱਚ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਵਿੱਚ ਭ੍ਰਮਣ ਕਰਦਾ। ਇਹ ਵਿਸਰਾਮ ਹੈ, ਇਹ ਟਿਕ ਜਾਂਦਾ ਹੈ ਪ੍ਰਭੂ ਦੇ ਚਰਨਾਂ 'ਚ, ਟਿਕ ਜਾਂਦਾ ਪ੍ਰਭੂ ਦੇ ਵਿੱਚ। ਇਹਦਾ ਆਵਾਗਮਨ ਮੁੱਕ ਜਾਂਦਾ ਹੈ, ਟਿਕਾਓ ਵਾਲਾ ਹੋ ਜਾਂਦਾ ਹੈ, ਆਵਾਗਮਨ ਵਿੱਚ ਨਹੀਂ ਪੈਂਦਾ, ਜੰਮਣ ਮਰਨ ਦੇ 84 ਦੇ ਗੇੜ ਵਿੱਚ ਨਹੀਂ ਪੈਂਦਾ। ਔਰ ਜਿਹੜਾ ਸਾਧ ਸੰਗਤ ਵਿੱਚ ਆ ਕੇ ਤੱਕਦਾ ਪਰਿਪੂਰਨ ਪਰਮਾਤਮਾ ਦਾ ਜਿੱਥੇ ਵਸ ਹੈ, ਉਹਦੀ ਸੇਵਾ ਨੂੰ ਕਮਾਉਂਦਾ। ਹਿਰਦੇ ਵਿੱਚ ਪਰਮਾਤਮਾ ਹੈ ਕਿ ਰੱਬ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਹੈ। ਮਹਾਰਾਜ ਕਹਿੰਦੇ ਉਹਦੇ ਤੇ ਪ੍ਰਭੂ ਕਿਰਪਾ ਕਰਦਾ ਹੈ, ਉਹਦਾ ਮਨ ਭੜਕਾਊ ਵਿੱਚ ਨਹੀਂ ਜਾਂਦਾ, ਟਿਕਾਊ ਵਿੱਚ ਰਹਿੰਦਾ ਹੈ ਔਰ ਟਿਕ ਜਾਂਦਾ ਹੈ, ਸਕੂਨ ਪ੍ਰਾਪਤ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਪੂਰਨ ਪੂਜਾ ਪਦਾਰ ਬਿੰਦ ਮਧੁ ਕਰ ਮਨ। ਕਹਿਣ ਲੱਗੇ ਪਰਿਪੂਰਨ ਪਰਮਾਤਮਾ ਦਾ ਪੂਜਨ ਕਰ, ਉਹਦੀ ਪੂਜਾ, ਪਰਿਪੂਰਨ ਪਰਮਾਤਮਾ ਦੀ ਨਾਮ ਨੂੰ ਧਿਆਉਣਾ, ਸੇਵਾ ਨੂੰ ਕਮਾਉਣਾ, ਸਿਮਰਨ ਕਰਨਾ। ਪੂਜਾ ਕੀਚੈ ਹਰ ਨਾਮ ਧਿਆਈਐ, ਬਿਨ ਨਾਵੇ ਪੂਜ ਨਾ ਹੋਏ। ਉਹਦਾ ਪੂਜਨ ਕਰ, ਪੂਰਨ ਪੂਜਾ, ਪੂਰਨ ਰੂਪ ਵਿੱਚ ਪੂਜਾ ਕੀਏ। ਕਹਿ ਲੱਗੇ ਪਰਿਪੂਰਨ ਪਰਮਾਤਮਾ ਦਾ ਪਦਾਰ ਬਿੰਦ, ਔਰ ਪਦਾ ਕਹੀਏ ਜਿਹੜੇ ਪਦ ਮੈਨਾ ਚਰਨ, ਅਰਵਿੰਦ ਮੈਨਾ ਕਵਲ। ਭਾਈ ਗੁਰਦਾਸ ਸਾਹਿਬ ਕਹਿੰਦੇ ਸਜਣਾ, ਜੇ ਤੂੰ ਪੂਜਾ ਕਰਨੀ ਚਾਹਣਾ ਹੈ ਨਾ ਸਤਿਗੁਰੂ ਦੀ, ਯਾਦ ਰੱਖ ਗੁਰੂ ਦੇ ਜਿਹੜੇ ਚਰਨ ਕਮਲ ਨੇ, ਤੇ ਮੱਧ ਕਰ ਮਨ, ਆਪਣੇ ਮਨ ਨੂੰ ਮੱਧ ਕਰ ਦਾ ਅਖਰੀ ਅਰਥ ਹੁੰਦਾ ਹੈ ਭੌਰਾ। ਆਪਣੇ ਮਨ ਨੂੰ ਭੌਰਾ ਬਣਾ, ਤੇ ਜਿਵੇਂ ਭੌਰਾ ਕਬਲ ਦੇ ਉੱਪਰ ਬੈਠਾ ਰਸ ਮਾਨ ਦਾ ਆਨੰਦਿਤ ਹੁੰਦਾ ਹੈ, ਉਹਨੂੰ ਆਪਣੀ ਮ੍ਰਿਤੂ ਵੀ ਭੁੱਲ ਜਾਂਦੀ, ਉਡਾਰੀ ਵੀ ਭੁੱਲ ਜਾਂਦੀ ਏ, ਸਮਾਂ ਵੀ ਖਤਮ ਹੋ ਜਾਂਦਾ ਹੈ ਕਿ ਮੈਨੂੰ ਕਿੰਨਾ ਸਮਾਂ ਬੈਠੇ ਨੂੰ ਹੋ ਗਿਆ ਹੈ, ਮੈਂ ਕਦੋਂ ਉਡਾਰੀ ਭਰਨੀ ਹੈ। ਕਹਿੰਦੇ ਬਈ ਉਹ ਬੈਠਾ ਹੋਇਆ ਆਪਣੇ ਜੀਵਨ ਨੂੰ ਉੱਥੇ ਹੀ ਨਿਸ਼ਾਵਰ ਕਰ ਦਿੰਦਾ ਹੈ। ਆਪਣੇ ਮਨ ਦਾ ਭੌਰਾ ਬੁਣਾ, ਇਹ ਗੁਰੂ ਦੇ ਚਰਨਾਂ ਕਮਲਾਂ ਦੇ ਉੱਪਰ ਟਿਕ ਜਾਵੇ, ਬੈਠ ਜਾਵੇ ਬਾਹਰੀ ਭੌਰੇ ਦੀ ਤਰ੍ਹਾਂ। ਉੱਥੋਂ ਜਿਵੇਂ ਭੌਰਾ ਮੁਕਰੰਦੀ ਦਾ ਰਸ ਮਾਣਦਾ ਕਬਲ ਤੋਂ, ਇਹ ਪ੍ਰਭੂ ਦੇ ਚਰਨਾਂ ਤੋਂ ਨਾਮ ਰਸ ਨੂੰ ਮਾਨੇ। ਭੌਰਾ ਉਡਾਰੀ ਭਰਦਾ ਹੈ, ਉੱਡਦਾ ਹੈ। ਕਹਿਣ ਲੱਗੇ ਇਹ ਟਿਕ ਜਾਵੇ, ਜਿਵੇਂ ਉਹ ਓਨਾ ਚਿਰ ਉਹਦੀ ਗੂੰਜ ਏ ਭੌਰੇ ਦੀ, ਜਿੰਨਾ ਚਿਰ ਉਹ ਕਬਲ ਤੇ ਬੈਠ ਕੇ ਉਹਦਾ ਰਸ ਨਹੀਂ ਮਾਣਦਾ। ਔਰ ਜਦੋਂ ਉਹ ਬੈਠ ਗਿਆ, ਉਹਨੂੰ ਰਸ ਆਉਣ ਲੱਗ ਪਿਆ ਉਸ ਫੁੱਲ ਦੇ ਵਿੱਚੋਂ, ਨਾ ਤਾਂ ਉਹ ਉਡਾਰੀ ਮਾਰਦਾ, ਚੱਕਰ ਕੱਟਦਾ, ਨਾ ਉਹਦਾ ਬੋਲਣਾ ਹੁੰਦਾ, ਚੁੱਪੀ ਛਾ ਜਾਂਦੀ ਏ ਬਾਹਰੋਂ, ਕਿਉਂਕਿ ਅੰਦਰੋਂ ਕਿਸੇ ਰਸ ਨਾਲ ਉਹ ਜੁੜ ਗਿਆ। ਜਿੱਦਣ ਸਿੱਖ ਦਾ ਮਨ ਸਤਿਗੁਰੂ ਦੇ ਚਰਨਾਂ ਕਮਲਾਂ ਤੇ ਟਿਕ ਕੇ, ਔਰ ਜਿਹੜਾ ਅਦਭੁਤ ਰਸ ਨਾਮ ਦਾ ਉਹਨੂੰ ਮੰਨਣ ਲੱਗ ਪਿਆ, ਜਿਵੇਂ ਜਿਵੇਂ ਸਿੱਖ ਨੂੰ ਰਸ ਆਵੇਗਾ ਨਾ ਅਰਾਧਕ ਨੂੰ, ਯਾਦ ਰੱਖਣਾ ਬਾਹਰੋਂ ਉਹਦਾ ਬੋਲਣਾ ਬੰਦ ਹੁੰਦਾ ਜਾਵੇਗਾ। ਤੇ ਜਿਵੇਂ ਜਿਵੇਂ ਮੇਰੇ ਵਰਗੇ ਦਾ ਰਸ ਘਟੇਗਾ ਨਾ, ਉਹ ਬਾਹਰੋਂ ਬਹੁਤ ਰੌਲਾ ਪਾਵੇਗਾ, ਬਹੁਤ ਰੌਲਾ ਪਾਵੇਗਾ, ਬਾਹਰੋਂ ਘਟਦਾ ਜਾਏਗਾ, ਅੰਦਰ ਦੇ ਰਸ ਨਾਲ ਜੁੜ ਜਾਵੇਗਾ। ਜਿਸ ਦੇ ਮੁਖ ਵਿੱਚ ਜਲ ਹੋਵੇ, ਦੁੱਧ ਹੋਵੇ, ਉਹ ਬੋਲਦਾ ਨਹੀਂ ਹੈ,
ਕਿਉਂਕਿ ਭਰੇ ਹੋਏ ਮੁਖ ਬੋਲਦੇ ਨਹੀਂ, ਖਾਲੀ ਹੀ ਘੜਾ ਬੋਲਦਾ ਹੈ, ਖਾਲੀ ਹੀ ਬਰਤਨ ਬੋਲਦੇ ਨੇ, ਖਾਲੀ ਹੀ ਮੁਖ ਜ਼ਿਆਦਾ ਬੋਲਦੇ ਨੇ। ਭਾਈ ਸਾਹਿਬ ਕਹਿੰਦੇ ਉਹਦੇ ਅੰਦਰ ਰਸ ਹੈ, ਔਰ ਨਾਮ ਦਾ ਰਸ, ਉਹਦਾ ਮਨ ਦਾ ਭੌਰਾ ਉਥੋਂ ਰਸ ਲੈਣ ਲੱਗ ਪਿਆ ਹੈ। ਤੇ ਜਿਵੇਂ ਬਾਹਰ ਦਾ ਭੌਰਾ ਉੱਡਿਆ ਨਹੀਂ, ਉਹਨੇ ਆਪਾਂ ਨਸ਼ਾਵਰ ਕਰ ਦਿੱਤਾ ਹੈ। ਉਹ ਕਹਿੰਦਾ ਮਸਾਂ ਇਹ ਰਸ ਲੱਭਿਆ, ਤੈਨੂੰ ਛੱਡ ਕੇ ਉਡਾਰੀ ਕਿਤੇ ਨਹੀਂ ਭਰਨੀ। ਮਨ ਦਾ ਭੌਰਾ ਜਿਹੜਾ ਕਹਿੰਦਾ ਨਹੀਂ ਪ੍ਰਭੂ ਤੈਨੂੰ ਛੱਡ ਕੇ ਜਾਈਏ ਕੈਨ ਧਰ, ਕਿਹੜੇ ਪਾਸੇ ਜਾਈਏ, ਕੋਈ ਜਗ੍ਹਾ ਹੈ ਹੀ ਨਹੀਂ। ਉੱਥੇ ਜੁੜ ਜਾਂਦਾ ਹੈ, ਉੱਥੇ ਵਿਸਰਾਮ ਟਿਕਾਓ ਪਾ ਲੈਂਦਾ ਹੈ। ਮਨ ਨੂੰ ਭੌਰਾ ਬਣਾ, ਗੁਰੂ ਦੇ ਚਰਨਾਂ ਕਮਲਾਂ ਦਾ ਪੂਜਨ ਇਹੀ, ਉਹਦੇ ਨਾਲ ਜੁੜ ਕੇ ਨਾਮ ਦਾ ਰਸ ਮਾਣ, ਇਹੀ ਪੂਜਾ ਹੈ। ਨਾਮ ਦਾ ਧਿਆਉਣਾ, ਜਪਣਾ ਔਰ ਜਪਾਉਣਾ। ਭਾਈ ਸਾਹਿਬ ਕਹਿੰਦੇ ਪ੍ਰੇਮ ਰਸ ਪੂਰਨ ਨਾ ਹੋਏ, ਕਾਮ ਨੇਹ ਕਾਮ ਹੈ। ਅੰਦਰ ਪ੍ਰੇਮ, ਪ੍ਰੇਮ ਦੇ ਅਰਥ ਜਿੱਥੇ ਮੈਂ ਮਰ ਜਾਵੇ, ਤੂੰ ਲਈ ਜੀਵਿਆ ਜਾਏ, ਤੂੰ ਨੂੰ ਚੇਤੇ ਕੀਤਾ ਜਾਏ, ਆਪਣੀ ਡਿਮਾਂਡ ਇੱਛਾ ਕੋਈ ਨਾ ਹੋਵੇ, ਕੇਵਲ ਉਹਦੇ ਮੁਤਲਕ ਤੁਰਿਆ ਜਾਏ, ਮੈਂ ਨੂੰ ਮਾਰ ਕੇ ਤੂੰ ਦੇ ਲਈ ਚੱਲਿਆ ਜਾਏ। ਔਰ ਭਾਈ ਸਾਹਿਬ ਕਹਿੰਦੇ ਜਦੋਂ ਉਹ ਰਸ ਆਉਣ ਲੱਗ ਪਿਆ, ਉਹ ਆਨੰਦ ਆਉਣ ਲੱਗ ਪਿਆ, ਉਹ ਖੁਸ਼ੀ ਆਉਣ ਲੱਗ ਪਈ, ਉਹ ਖੇੜਾ ਆਉਣ ਲੱਗ ਪਿਆ, ਉਸ ਦੀ ਗੱਲ ਮੰਨਣ ਨਾਲ ਮਨ ਨੂੰ ਖੁਸ਼ੀ ਮਿਲਦੀ, ਉਹਦਾ ਜਾਪ ਜਪਣ ਨਾਲ, ਉਹਦੇ ਮਾਰਗ ਤੇ ਤੁਰਨ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ। ਕਹਿੰਦੇ ਉਹ ਪੂਰਨ ਪਰਮਾਤਮਾ ਔਰ ਉਹਦੇ ਰਸ ਨਾਲ ਜੁੜ ਕੇ ਉਹ ਪੂਰਨ ਹੋਏ, ਉਹ ਸਿੱਖ ਦੇ ਅੰਦਰੋਂ ਅਧੂਰਾਪਨ ਚਲਾ ਜਾਂਦਾ ਹੈ। ਆਰਾਧਕ ਦੇ, ਆਰਾਧਨਾ ਕਰਨ ਵਾਲੇ ਦੇ, ਤੇ ਉਹ ਪੂਰਨ ਹੋ ਜਾਂਦਾ ਹੈ ਔਰ ਮਿਲ ਜਾਂਦਾ ਹੈ। ਤੇ ਫਿਰ ਕੀ ਹੁੰਦਾ ਹੈ? ਕਾਮ, ਕਾਮ ਦਾ ਅਰਥ ਵਿਸ਼ੇ ਵੀ ਹੈ। ਕਾਮ ਦਾ ਅਰਥ ਹੈ ਕਾਮਨਾਵਾਂ। ਕਾਮ ਕਾਮ ਸਭ ਕੋ ਕਹੈ, ਸਾਰੇ ਕਾਮ ਕਾਮ ਕਹਿੰਦੇ। ਸਾਰਿਆਂ ਦੀ ਸੁਰਤ ਬ੍ਰਿਤੀ ਖਿਆਲਾਤ ਇੱਕੋ ਵਿਸ਼ਿਆਂ ਤੇ ਜਾ ਕੇ ਟਿਕ ਜਾਂਦਾ, ਬਾਕੀ ਨਹੀਂ। ਇਹ ਇਸੇ ਤੇ ਬਸ ਰਹਿ ਜਾਂਦੇ ਨੇ, ਇਹੀ ਕਾਮ ਹੈ। ਨਹੀਂ, ਵਿਦਵਾਨ ਸੱਜਣ ਕਹਿੰਦੇ ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ। ਜਿੰਨੀਆਂ ਕਾਮਨਾਵਾਂ ਅੰਦਰੋਂ ਉਪਜਦੀਆਂ ਨੇ ਸਭ ਕਾਮ ਨੇ, ਸਭ ਖਿਆਲਾਤ ਵਿੱਚ ਵਾਸ਼ਨਾਵਾਂ ਨੇ, ਚਾਹੇ ਉਹ ਪਦਾਰਥਾਂ ਲਈ, ਚਾਹੇ ਉਹ ਸੰਸਾਰ ਦੇ ਹੋਰ ਕਿਸੇ ਵਸਤੂ ਦੀ ਪ੍ਰਾਪਤੀ ਲਈ। ਕਹਿੰਦੇ ਕਾਮਨਾਵਾਂ ਨੇ ਹੀ ਅੱਗੇ ਨੂੰ ਵਧਣਾ ਹੈ ਤੇ ਇਹਨਾਂ ਨੇ ਹੀ ਕਾਲ ਦੇ ਚੱਕਰ ਵਿੱਚ ਪਾਉਣਾ ਹੈ। ਕਾਮਨਾਵਾਂ ਨੇ ਹੀ ਜਨਮ ਮਰਨ ਦੇ ਗੇੜ ਵਿੱਚ ਪਾਉਣਾ ਹੈ। ਜਿੱਦਨ ਕਾਮਨਾਵਾਂ ਤੋਂ ਨੇਹ ਕਾਮ ਹੈ ਔਰ ਕਾਮਨਾਵਾਂ ਤੋਂ ਰਹਿਤ ਹੋ ਗਿਆ ਨਾ, ਉਦਨ ਮਾਲਕ ਮਿਲੇਗਾ। ਕੋਈ ਇੱਛਾ ਨਹੀਂ, ਇੱਕੋ ਇੱਛਾ ਹੈ ਮਾਲਕ ਦੀ। ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ਼। ਹੋਰ ਪਾਸਿਆਂ ਤੋਂ ਨਿਰਛਤ ਹੋ ਗਿਆ ਹੈ। ਕੇਵਲ ਇੱਛਾ ਹੈ ਪਰਮਾਤਮਾ ਦੀ, ਪਰਮਾਤਮਾ ਮਿਲ ਜਾਏ। ਪਰਮਾਤਮਾ ਦੇ ਮੂਹਰੇ ਅਰਜ਼ੋਈ ਹੈ, ਪਰਮਾਤਮਾ ਦੇ ਮੂਹਰੇ ਜਾਪ ਹੈ, ਸੇਵਾ ਹੈ, ਸਿਮਰਨ ਹੈ। ਪਰ ਅਰਦਾਸ ਇਹ ਆ, ਮੰਗ ਇਹ ਆ ਕਿ ਮੈਨੂੰ ਤੂੰ ਹੀ ਮਿਲ ਜਾਵੇਂ। ਗੁਰੂ ਕਾਲ ਦੇ ਅੰਦਰ ਨਾ ਜਿਨ੍ਹਾਂ ਸਿੱਖਾਂ ਨੇ ਕਮਾਈ ਕੀਤੀ ਆ, ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦੇ ਨਾਮ ਹੈ। ਬਹੁਤਾਤ ਅੰਦਰ ਮੇਰੇ ਵਰਗਿਆਂ ਦੇ ਨਹੀਂ, ਉਹ ਕਮਾਈ ਵਾਲਿਆਂ ਦੇ। ਭਾਈ ਮੰਝ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਝ ਅੱਜ ਮੰਗ ਕੁਝ ਤੈਨੂੰ ਦੇਣਾ ਚਾਹੁੰਦੇ। ਜਦੋਂ ਖੂਹ ਦੇ ਵਿੱਚੋਂ ਕੱਢਿਆ, ਮੈਂ ਸ਼ਾਰਟਕਟ ਗੱਲ ਕਰ ਰਿਹਾ, ਔਰ ਜਦੋਂ ਖੂਹ ਦੇ ਵਿੱਚੋਂ ਭਾਈ ਮੰਝ ਨੂੰ ਕੱਢਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਮੰਝ ਕੁਝ ਮੰਗ। ਕਹਿੰਦੇ ਨਹੀਂ ਮਹਾਰਾਜ ਬਹੁਤ ਕਿਰਪਾ ਤੁਹਾਡੀ, ਬਸ ਕਿਰਪਾ ਬਣਾਈ ਰੱਖੋ, ਗੁਰਸਿੱਖੀ ਨੂੰ ਕਮਾਈ। ਫਿਰ ਕਹਿੰਦੇ ਜਦ ਦੂਜਾ ਬਚਨ ਕੀਤਾ ਤੇ ਭਾਈ ਮੰਝ ਕਹਿੰਦੇ ਮਹਾਰਾਜ ਜੇ ਤਰੁੱਠੇ ਹੋਣਾ, ਜੇ ਕਿਰਪਾ ਦੇ ਘਰ ਵਿੱਚ ਆਏ ਹੋਣਾ
फिर इन्नी को कृपा करो, दया करो, तरस करो, मेरे अंदरों मंगण वाली बिरती ही खत्म हो जावे। मंगतापन जिहड़ी आ ना अंदर साडे, वो मंगतापन मंगण वाली बिरती ही खत्म हो जाए। ते महाराज कहंदे मंझ अज असी तैनू कुछ देना चाहते हैं ते और तू कहना ये बिरती खत्म हो जावे, ये भी हो जाएगा, फिर भी कुछ कह। ते भाई मंझ कहन लगा दाता किरपा दे घर विच आए हो, कलयुग दा भयानक समा आ रहा है, गुरसिखां तो इन्नी करड़ी परीखिया दे विधि नहीं जे लंघिया जाना, किरपा करिया जे जिन्ना ये जप करन, जिन्ना ये सेवा करन, जिन्ना ये सिमरन करन, जिन्नियां कदमां तेरे वल नूं चलन, जिन्ने बोल बोलन, इन्हां ते रहमत बनाई रखी। कहंदे मंझ मंगिया भी ते वो भी परोपकार वास्ते, फिर ये भावना बन जाती है, अपनी नहीं रहिंदी। और भाई महा सिंह दा सिर गोद विच गुरु गोबिंद सिंह साहिब महाराज दी, ते भाई महा सिंह नूं गुरु गोबिंद सिंह साहिब महाराज कहन लगे महा सिंघा मंग और तेनू तरलोकी दा राज दे दिए, तिन्ना लोकां दा तेरा हुक्म चलेगा, जो तू कहेगा तिन्ना लोकां विच होवेगा, जो कहेगा तेरे हुक्म की उलंघना नहीं होवेगी, तिन्ना लोकां विच आकाश मातलोक पताल लोक। भाई महा सिंह कहंदा नहीं महाराज नहीं चाहिए। महाराज कहंदे तेनू अमर अवस्था दे दईए, अमर कर दईए, मौत आवे ना जदों चाहे तू अपनी इच्छा अनुसार ये तन नूं त्याग सके। और ये जड़ियां चीज़ां तप ते तपस्वी गुरसिख मामूली जानदा है, जिन्हों भीषम पितामह कहते ना, मैं उहदी बाबत अखर 2 पढ़े ने, कहते उन्होंने मृत्यु वार सी भी जदों आप चाहे तन नूं त्याग सकदा ही, नहीं तो नहीं। तो वड्डी गल नहीं, साडे गुरु कुल बहुत दाता ने। गुरु ने कहा महा सिंघा दे दिए, कहते नहीं महाराज, फिर महा सिंघा अज मेरे लाल मंग की चाहना है। कहन लगा महाराज जे त्रुठे हो, जेड़ा काले अखर असी लिखे और कागज की छाती उपर ते मेरे दातिया वो बदावा पाड़ दे, जेड़े मेरे भरा शहीदी पा गए है ना, उन्हां लई दरवाजे बंद ने। जे तू वो बदावा पाड़ के ते सानू टुट्टी नूं गंढिया ना ते महाराज साडे लई दरवाजे बंद रहने ने, ये खुलने नहीं तेरी बख्शिश तो बगैर, कृपा कर दे। सतगुरु ने छाती नाल लाया, कहंदे मां सिंघा मंगिया भी ते परोपकार लई, अपने लिए नहीं, उहदी अंदरों मंगण वाली इच्छा ही मिट जाती है, क्योंकि सभे इच्छा पूरिया जा पाया अगम अपारा। जदों परमात्मा नूं पा लिया उदों इच्छा ही बाकी कोई नहीं रह गई, निर इच्छत हो गया। और इच्छा पूरी है परमात्मा नूं पा के, ओदी इच्छा नहीं। तो महाराज गुरु अर्जन साहब महाराज ने कृपा की, पावन बानी सुखमनी साहब की पढ़ते हो ना, उहदे अंदर महाराज कहंदे आ सेवा करत होए निहकामी, सेवा करदियां कामनावां तो रहत हो जाना, कामनावां कोई इच्छा रह नहीं ना। सेवा करत होए निहकामी, तिसको होत प्राप्त स्वामी, ओनू मालिक मिल जाता है, जिन्हें संसार की कामना नहीं रखी, इन्हां तो रहत हो गया, उन्होंने निरंकार मिल गया है। इत्थे भाई साहब भी कहंदे आ, जेड़ा प्रेम दा रस मानदा है, परमात्मा नूं आराधदा है, जुड़ पैंदा, अंदरों तुर पैंदा है मालिक वल नूं, और उहदा मन गुरु दे चरनां ते भवरे दी तरह लिपटिया है, नाम दा रस पिया मानदा है। कहंदे काम नेह काम है, उहदियां कामनावां नेह रहत ने, वो कामनावां तो रहत, उहदे अंदर कामना कोई नहीं, कोई इच्छा नहीं, कोई फुरना नहीं।
कोई चितवनी नहीं, कोई चिंता नहीं। इन्हां तो वो गुरसिख प्यारा रह तो जाता है। भाई साहब कहते पूर्ण ब्रह्म गुर पूर्ण परम निध, कहते जिहड़ा पूर्ण ब्रह्म है सारी रमिया होया निर्गुण रूप अंदर वो परिपूर्ण है, ते सरगुण रूप अंदरों गुरु रूप है। गुरु रूप धारण करके आया, इसलिए उन्हें सरगुण रूप विच गुरु रूप होके धारण किया कि ब्रह्म नूं पाउणा किवें आ, ब्रह्म नूं ध्याउणा किवें आ, कारोबार परिवार संसार विच झुमेलियां विच रहिंदियां होइआं ਉਹਦੀ सेवा ते सिमरन किवें कीता जाना है, ये सानू प्रैक्टिकल तौर ते दिखाउण लई समझाउण लई उस मार्ग ते पाउण लई खुद आप जप के असी जपना किवें आ उवें जपाउण लई ये जामे धारे सरगुण विच ओ गुरु आ, निर्गुण दे विच ओ ब्रह्म है, ते दोने जगह ते पूर्ण है, कोई इच्छा नहीं। गुरु नानक साहब महाराज तो लैके इतिहास पढ़ो। धन गुरु गुरु गोबिंद सिंह महाराज जी ने 14 जंगां कीतियां बड़ियां छोटियां, और गुरु हरगोबिंद पातशाह महाराज ने 4 जंगां कीतियां ने। ये जिन्नियां जंगां होइयां गुरु काल तो लैके गुरु नानक साहब महाराज तो खालसे दे जंग युद्धां तक कोई जर जोरू जमीन वास्ते नहीं हुई, कोई नहीं हुई। जो होया है और वो केवल ते केवल और संसार दे गल विचों गुलामी दियां जंजीरां लाउण लई, सारियां दे लई। जे अपनातली हुंदी ना कल्ले सिखां लई ते फिर खालसा पंथ जिहड़ा है और सारियां दियां बहु बेटियां बंदी बुनाइयां और छड़ा के युद्ध करके शहीदियां पा के फट तन ते खा के अपना खून बहा के बा इज्जत उन्होंने घरों घरी पहुँचाउणा, घरों घरी। वो परोपकार सी, अपना कोई प्रयोजन नहीं सी, अपना कोई लक्ष्य नहीं सी। ते जे युद्ध दूजे भी होए ने उन्होंने पढ़ लो, महाभारत का युद्ध पढ़ लो, उन्होंने धर्म युद्ध कहते ने। पर मैं ये हिसाब लाया उहदे विचों 2 बीबियां पासे कर दिओ, एक जिहड़ी आ द्रौपदी ते एक जिहड़ी है सूबनखा, दोने पासे कर दिओ, पिछे कुछ भी नहीं रह जाता। और वो इसे लिए युद्ध होया। जे द्रौपदी पासे कर दईए ते जंग छिड़न का कोई कारण ही नहीं, ते गीता उचारण का कोई कारण ही नहीं रह जाता, और उहदे चों पासे कर दईए। ये जिहड़ी जंग युद्ध है ना, ये होया क्यों? और खैर 1 मिनट आपदा जाया होएगा, गल समझ विच आ जावे। एक जबान दे बोल तो, एक बोल तो महाभारत होई है। बीबी दे एक बोल तो महाभारत होई है। ये जदों इंद्रप्रस्थ दी उन्होंने चट की ना पांडवां ने, ते सारे राजे सदे, पांडवां दी पत्नी सी द्रौपदी, ते जदों दुर्योधन आया, द्रौपदी दा गुण सी, चित्रकारी बड़ी ज़्यादा कर लैंदी सी, ओहो जी कोई नहीं। उन्हें चित्रकारी बेड़े विच ऐवों कीती जिथे सी ना सुक्का थां, उत्थे भासन लगा, दिसन लगा भी पानी आ, ते जिथे पानी सी, पानी ते ऐसे तरीके नाल रंग पाए बई देखण वाले नूं दिसे सुक्का, ये खुश्क जगह, उहदे ते रस्ते बना दिते। जब दुर्योधन आया लंघन लगा ना, पिछों थोड़ा जिहा लेट सी, जल्दी नाल आया, विच डिग पिया, ते सभा विच सामने बैठी सी। बोल बोलिया इन्हें की, जबान दा इको बोल बोलिया। ये दुर्योधन दा बाप धृतराष्ट्र अखां तो अन्ना सी, जन्म तो अन्ना सी। कहंदी अंधे दा अंधा, भाव अन्ने दा पुत्र अन्ना, दिसिया ही नहीं, पानी वीदी आ गया। बस इसे बोल दी किड़ कढ़न वास्ते सारा युद्ध कारण ये बनिया। ये जबान दे विच हड्डी कोई नहीं, तड़ा सारियां ही देंदी है, छड़दी नहीं। ये जबान दे बोल जे पासे कर दिए उहदे विच कुछ नहीं। और ये जोरू ते जे
ਇਹਦੇ ਵਿੱਚ ਆ ਜਾਈਏ, ਰਮਾਇਣ ਵਿੱਚ ਰਾਵਣ ਦਾ ਮਾਰਨਾ ਉਹ ਕਾਹਦੇ ਲਈ? ਸੀਤਾ ਜੀ ਨੂੰ ਪਾਸੇ ਕਰ ਦਿਓ, ਉਹਦਾ ਚਰਾਉਣਾ ਪਾਸੇ ਕਰ ਦਿਓ, ਬਾਕੀ ਯੁੱਧ ਕਾਹਦੇ ਲਈ, ਕਾਹਦੇ ਵਾਸਤੇ ਚੱਲਿਆ? ਠੀਕ ਹੈ, ਸੰਸਾਰ ਦਾ ਵੱਧ ਕਰਨ ਦੇ ਕਾਰਨ ਹੈ, ਪਰ ਮੋਟੇ ਮੋਟੇ ਇਹ ਦੋ ਕਾਰਨ ਨੇ। ਗੁਰੂ ਕਾਲ ਵਿੱਚ ਐਸਾ ਕੁਝ ਨਹੀਂ ਹੈ। ਉਹ ਪਰਉਪਕਾਰ लिए, ਲੁਕਾਈ लिए, ਚੜ੍ਹਦੀ ਕਲਾ लिए। ਔਰ ਮਹਾਰਾਜ ਸਾਹਿਬ ਕਹਿੰਦੇ ਉਹ ਔਰ ਸਰਗੁਣ ਵਿੱਚ ਗੁਰੂ ਹੈ ਤੇ ਨਿਰਗੁਣ ਵਿੱਚ ਬ੍ਰਹਮ ਹੈ। ਪਰਮ ਨਿੱਧ ਔਰ ਪਰਮ ਸਭ ਤੋਂ ਵੱਡੀਆਂ ਨਿਧੀਆਂ ਰਿਧੀਆਂ ਸਿੱਧੀਆਂ ਦਾ ਖਜ਼ਾਨਾ ਹੈ, ਸਾਰੀਆਂ ਬਖਸ਼ਿਸ਼ਾਂ ਦਾ ਖਜ਼ਾਨਾ ਮਾਲਕ ਹੈ ਉਹ ਪ੍ਰਮਾਤਮਾ ਪੂਰਨ ਪ੍ਰਕਾਸ਼। ਉਹਦੇ ਕੋਲ ਆਪਣੇ ਕੋਲ ਇੰਨਾ ਪ੍ਰਕਾਸ਼ ਹੈ, ਉਹਨੂੰ ਕਿਸੇ ਤੋਂ ਸਹਾਇਤਾ ਲੈਣ ਦੀ ਲੋੜ ਨਹੀਂ, ਮਦਦ ਦੀ ਲੋੜ ਨਹੀਂ। ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਪਰਮਾਤਮਾ ਨਾਲ, ਉਹਨੂੰ ਵੀ ਕਿਸੇ ਦੀ ਲੋੜ ਨਹੀਂ ਰਹਿੰਦੀ। ਸਾਰੀਆਂ ਦਾਤਾਂ ਸਾਰੀਆਂ ਬਖਸ਼ਿਸ਼ਾਂ ਉਸੇ ਤੋਂ ਹੀ ਪ੍ਰਾਪਤ ਹੁੰਦੀਆਂ ਹੈ। ਬਿਸਮ ਸਥਲ ਧਾਮ ਹੈ। ਔਰ ਕਹਿੰਦੇ ਬੜਾ ਹੈਰਾਨੀਜਨਕ ਸਥਲ ਉਹ ਜਗ੍ਹਾ ਜਿਹੜੀ ਹੈ, ਉਹ ਧਾਮ ਪ੍ਰਭੂ ਦੇ ਘਰ ਵਿੱਚ, ਔਰ ਉਹਦਾ ਟਿਕਾਣਾ ਬਣ ਜਾਂਦਾ ਹੈ। ਉਹ ਆਪਣਾ ਮਹਿਲ ਉਸਾਰਦਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਉਹ ਆਪਣੇ ਅੰਦਰ ਹੀ ਇੱਕ ਮਹੱਲ ਉਸਾਰਦਾ, ਉਹ ਪ੍ਰਭੂ ਵਿੱਚ ਟਿਕਦਾ ਹੈ ਤੇ ਪ੍ਰਭੂ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਇਆ ਹੈ। ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਕੁਝ ਐਸਾ ਕਰ ਜੋ ਤੂੰ ਭਲਾ ਬਣ ਸਕੇ, ਕੁਝ ਐਸੇ ਕਦਮ ਪੁੱਟ ਜਿਹਦੇ ਵਾਸਤੇ ਤੈਨੂੰ ਮਨੁੱਖਾ ਦੇਹੀ ਮਿਲੀ ਆ ਔਰ ਪਰਮਾਤਮਾ ਵੱਲ ਨੂੰ ਕੁਝ ਸਫ਼ਰ ਨੇੜੇ ਕਰ ਸਕੇ। ਅਸੀਂ ਦੁਨੀਆ ਵਿੱਚ ਤੁਰਦੇ 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 ਇੱਕ ਦਿਨ ਸੰਸਾਰ ਤੋਂ ਤੁਰ ਜਾਂਦੇ ਹਾਂ, ਪਰ ਜੋ ਕਰਨ ਵਾਸਤੇ ਆਏ ਉਹ ਕਰਦੇ ਨਹੀਂ। ਜਿਹੜੇ ਬੰਦੇ ਨੇ ਜਿਉਂਦੇ ਜੀ ਪਰਮਾਤਮਾ ਦਾ ਨਾਮ ਨਹੀਂ ਜਪਿਆ, ਮਰ ਕੇ ਅੱਗੇ ਕਿੱਥੇ ਜਪੇਗਾ? ਨਾਮ ਜਪਣ ਵਾਸਤੇ ਮਨੁੱਖਾ ਸਰੀਰ ਦਿੱਤਾ ਹੈ। ਔਰ ਜਿਹੜਾ ਬੰਦਾ ਜਿਉਂਦੇ ਜੀ ਸੇਵਾ ਸਿਮਰਨ ਜਪ ਤਪ ਕਰਕੇ ਪਰਮਾਤਮਾ ਦੇ ਦੀਦਾਰਾਂ ਦਾ ਝਲਕਾਰਾ ਨਹੀਂ ਲੈ ਸਕਿਆ, ਦਰਸ਼ਨ ਨਹੀਂ ਕਰ ਸਕਿਆ, ਮਰ ਕੇ ਕੀ ਉਹਨੂੰ ਖਾਕ ਹੋਣੇ ਆ। ਜਿਉਂਦੇ ਜੀ ਜਿਹੜਾ ਗੁਰੂ ਵਾਲੇ ਮਾਰਗ ਤੇ ਨਹੀਂ ਤੁਰ ਸਕਿਆ, ਗੁਰੂ ਤੱਕ ਨਹੀਂ ਪਹੁੰਚ ਸਕਿਆ, ਮਰ ਕੇ ਕੀ ਉਹ ਖਾਕ ਪਹੁੰਚੇਗਾ? ਮਹਾਰਾਜ ਕਹਿੰਦੇ ਨਹੀਂ, ਜਿਉਂਦੇ ਜੀਏ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਮੁਕਤੀ ਉਹਨੂੰ ਮਿਲਣੀ ਹੈ ਜਿਨੇ ਜਿਉਂਦੇ ਜੀ ਜਪਿਆ, ਜੁੜਿਆ, ਸੇਵਾ ਸਿਮਰਨ ਕੀਤਾ। ਔਰ ਉਹਨੂੰ ਮੁਕਤੀ ਕਹਿਣ ਦੀ ਵੀ ਲੋੜ ਨਹੀਂ, ਉਹਨੇ ਮੁਕਤ ਹੋ ਜਾਣਾ। ਉਹਨੂੰ ਕਹਿਣ ਦੀ ਵੀ ਲੋੜ ਨਹੀਂ ਕਿ ਮਹਾਰਾਜ ਇਹਨੂੰ ਚਰਨਾਂ 'ਚ ਨਿਵਾਸ ਦਿਆ ਜੇ। ਇਹ ਬਚਨ ਉਸ ਲਈ ਹੈ। ਔਰ ਜਿਨੇ ਜਪਿਆ ਨਹੀਂ, ਜਿਨੇ ਇੱਧਰ ਨੂੰ ਤੁਰਿਆ ਨਹੀਂ, ਔਰ ਅਸੀਂ ਜਿਉਂਦੇ ਜੀ ਆਪਣੇ ਲਈ ਅਸੀਂ ਬੰਧਨਾਂ 'ਚ ਬੱਝੇ ਹੋਏ। ਜਿਹੜਾ ਬੰਦਾ ਆਪ ਕੈਦਖਾਨੇ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ, ਉਹਨੂੰ ਕਿ ਦੂਜਾ ਕਿਵੇਂ ਕੱਢ ਸਕਦਾ ਹੈ? ਜਿਹੜਾ ਜਿਉਂਦੇ ਜੀ ਆਪਣੀਆਂ ਮੋਹ ਦੀਆਂ ਤੰਦਾਂ ਔਰ ਸੰਸਾਰ ਵਿੱਚ ਜੰਮਣ ਮਰਨ ਦੀਆਂ ਫਾਈਆਂ, ਆਵਾਗਮਨ ਦੇ ਚੱਕਰ ਨੂੰ, ਖੁਦ ਆਪ ਦੁੱਖਾਂ ਦਰਦਾਂ ਨੂੰ ਨਹੀਂ ਕੱਟਣਾ ਚਾਹੁੰਦਾ, ਉਹਨੂੰ ਕੋਈ ਕਿਵੇਂ ਮੁਕਤ ਕਰਾ ਦੇਵੇਗਾ? ਜਿਉਂਦੇ ਜੀ ਅਸੀਂ ਆਪ ਖੁਦ ਆਪਣੇ ਆਪ ਲਈ ਕੁਝ ਕਰਨਾ ਹੈ। ਜਿੱਥੇ ਅਸੀਂ ਪਰਿਵਾਰ ਲਈ, ਸੰਸਾਰ ਲਈ, ਹੋਰ ਰਿਸ਼ਤੇਦਾਰੀਆਂ ਲਈ ਕੁਝ ਕਰਮ ਕਰਦੇ ਹਾਂ ਨਾ, ਉੱਥੇ ਕੁਝ ਨਾ ਕੁਝ ਆਪਣੇ ਲਈ ਕਰਿਆ ਕਰੀਏ। ਆਪਣੀਆਂ ਤੰਦਾਂ, ਆਪਣੇ ਆਪ ਨੂੰ ਮੁਕਤ ਕਰਨ ਦਾ ਯਤਨ ਕਰਿਆ ਕਰੀਏ, ਔਰ ਉਹ ਹੀ ਸਾਡੇ ਨਾਲ ਜਾਣਾ। ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਸਮੱਤ ਬਖਸ਼ੇ, ਸਾਡਾ ਆਇਆ ਸਫਲਾ ਹੋ ਸਕੇ। ਅਸੀਂ ਆਪ ਖੁਦ ਜਪੀਏ, ਜਪ ਕੇ ਫਿਰ ਦੂਜਿਆਂ ਨੂੰ ਜਪਾਈਏ, ਆਪ ਮਾਰਗ ਤੇ ਤੁਰੀਏ ਫਿਰ ਦੂਜਿਆਂ ਨੂੰ ਤੁਰਾਈਏ, ਫਿਰ ਸਾਡਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।